ਹੁੰਜਨ ਹਸਪਤਾਲ ਨੇ ਲੁਧਿਆਣਾ ਵਿੱਚ ਗੋਡੇ ਬਦਲਣ ਲਈ ਮੈਕੋ ਰੋਬੋਟਿਕ ਤਕਨੀਕ ਦੀ ਕੀਤੀ ਸ਼ੁਰੂਆਤ। ਉੱਤਰੀ ਭਾਰਤ ਦਾ ਪਹਿਲਾ ਸ਼ਹਿਰ ਲੁਧਿਆਣਾ, ਜਿਸ ਨੇ ਵਿਸ਼ਵ ਦੀ ਸਭ ਤੋਂ ਵੱਧ ਇਸਤੇਮਾਲ ਕੀਤੀ ਜਾਣ ਵਾਲੀ US FDA ਮਾਨਤਾ ਪ੍ਰਾਪਤ ਮੈਕੋ ਰੋਬੋਟਿਕ ਆਰਮਜ਼ ਅਸਿਸਟੈਂਟ ਟੈਕਨੋਲੋਜੀ ਨੂੰ ਸ਼ਾਮਲ ਕੀਤਾ ਹੈ। ਇੱਕ ਮਸ਼ਹੂਰ ਆਰਥੋਪੈਡਿਕਸ ਹਸਪਤਾਲ ਹੁੰਜਨ ਹਸਪਤਾਲ ਦੁਆਰਾ ਸਾਂਝੇ ਤੌਰ 'ਤੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉੱਤਰੀ ਭਾਰਤ ਵਿੱਚ ਪਹਿਲਾ ਮੈਕੋ ਸਿਸਟਮ ਹੈ ਜੋ ਹੁੰਜਨ हस्पताल ਵਿੱਚ ਸਥਾਪਿਤ ਕੀਤਾ ਗਿਆ है। स्ट्राइकर में ये पहला मेको है, नॉर्थ इंडिया में, उत्तर भारत में ये पहला मेको है और हमें इस बात की बहुत गर्व है कि इनके इकट्ठे हम भी मैंने बहुत अच्छी चीज़ें कर सकते हैं। मैं बताना चाहूँगी आपको कि मेको का क्या फ़ायदा है, बट उसको बताने के पहले ये भी बताना चाहूँगी कि अभी इस भारत में हमारा ये 5वां इंस्टॉलेशन है और हमें बहुत ही कॉन्फिडेंस है कि डॉक्टर हुंजन और डॉक्टर जयवीर के साथ इसका जो फ़ायदा बनेगा सब मरीज़ों को जिनको घुटने की दर्द है, घुटने की सर्जरी की ज़रूरत है, उसमें मतलब बहुत ही ऊंचाई तक पहुंच सकते हैं। हम ये देखें पूरे देश में, पूरे मतलब विश्व स्तर पर हमने देखा। मेरी एक बहुत देर तो इच्छा सी कि मैं पंजाब के लिए स्पैशली लुधियाने के लिए वो काम करा जिसकी कि जरूरत भी है और उसकी डिमांड भी बहुत है और एक बहुत ही वधिया तकनीक एक होनी चाहिए है। मैं 1996 तो लैके हुण तक बहुत देशों के ट्रेनिंग लैन भी गया। मैं तकरीबन 48 कंट्री हुण तक जा चुकिया। जिथे भी मैं देखता सी मैनूं लगता सी कि इन्होंने हस्पताल भी बहुत वधिया बनाए हुए ने ते बहुत ही इन्हां कोले वधिया तकनीक है। पर अज हुण असीं गर्व नाल कह सकते हैं कि साढ़े कोल भी दुनिया की सब तो बेस्ट टैक्नोलॉजी है जिहदे नाल असीं गोडे ते चूड़े चेंज कर सकते। मेको क्यों, वाई नी रिप्लेसमेंट सारे पासे हो रही ते इस चीज़ की लोड़ की सी, इत्थे क्यों सी? पापा का टाइम सी जो उन्होंने नी रिप्लेसमेंट शुरू की, उस टाइम तो एक रेवोल्यूशन सी। ਜਿਹੜੇ पेशेंट नहीं सी तुर पाते उन्होंने एक नवी जिंदगी मिलती सी गोडे बदलने तो बाद। पर जो गोडे बदले जा रहे सी ਉਹਦੀਆਂ ਅੱਗੇ ਜਿਹੜੇ ਆਊਟਕਮਸ ਆਏ ਉਹ ਤਾਂ ਸਾਨੂੰ ਪਤਾ ਲੱਗਿਆ ਕਿ ਗੋਡੇ ਬਦਲਣ ਤੋਂ ਬਾਅਦ ਵੀ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਰਹਿ ਜਾਂਦੀਆਂ ਨੇ ਤੇ ਹਿਊਮਨ ਆਈ ਕਨਵੈਨਸ਼ਨਲ ਮੈਥਡ ਦੇ ਨਾਲ ਉਹਨੂੰ ਪੂਰਾ ਨਹੀਂ ਕਰ ਸਕਦਾ। ਤੁਸੀਂ ਬਹੁਤ ਲੋਕਾਂ ਨੇ ਸੁਣਿਆ ਹੋਣਾ ਹੈ ਕਿ ਜਦੋਂ ਵੀ ਕੋਈ ਨੀ ਰਿਪਲੇਸਮੈਂਟ ਕਰਕੇ ਤੁਹਾਡੇ ਕੋਲ ਆਉਂਦਾ ਹੈ ਜਾਂ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਕਹਿੰਦਾ ਜੀ ਉਹ ਗੋਡੇ ਨਾ ਬਦਲਵਾ ਲਿਓ, ਗੋਡੇ ਬਦਲਵਾਉਣ ਤੋਂ ਬਾਅਦ ਸਾਨੂੰ ਆਹ ਪ੍ਰੋਬਲਮ ਆ ਗਈ, 2 ਸਾਲ ਅਸੀਂ ਠੀਕ ਰਹੇ, ਤੀਜੇ ਸਾਲ ਸਾਨੂੰ ਦਿੱਕਤ ਆਉਣੀ ਸ਼ੁਰੂ ਹੋ ਗਈ, ਸਾਡੀ ਫੇਰ ਦਰਦ ਸਾਹਮਣੇ ਆਉਣ ਲੱਗ ਗਈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਅੱਜ ਕੱਲ੍ਹ ਸਾਡੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਹੁਣ ਨੀ ਰਿਪਲੇਸਮੈਂਟ ਨੂੰ ਕਾਫੀ ਟਾਈਮ ਹੋ ਚੁੱਕਾ। ਟੈਕਨੋਲੋਜੀ ਤੇ ਮੈਨਕਾਈਂਡ ਹੱਥ 'ਚ ਹੱਥ ਮਿਲਾ ਕੇ ਨਾਲ ਚੱਲਦੀ ਹੈ। ਜਿਵੇਂ ਜਿਵੇਂ ਟੈਕਨੋਲੋਜੀ ਦੀ ਅੱਗੇ ਵਧਿਆ ਉਵੇਂ ਹੀ ਮੈਨਕਾਈਂਡ ਦੀ ਐਵੋਲੂਸ਼ਨ ਹੋਈ ਹੈ। ਤੇ ਹੁਣ ਅਲਟੀਮੇਟਲੀ ਮੇਰਾ ਤੇ ਮੇਰੇ ਫਾਦਰ ਦਾ ਇਹ ਏਮ ਸੀ कि why not to bring something very unique and the best in the technology in Punjab and Ludhiana for the people of our society। इसी करके ਅਸੀਂ ਹੁਣ ਮੇਕੋ ਲੈ ਕੇ ਆਏ ਹਾਂ ਤੇ ਮੈਂ ਹੁਣ ਅਲਟੀਮੇਟਲੀ ਤੁਹਾਨੂੰ ਇਹੀ ਦੱਸਣਾ ਹੈ ਕਿ ਮੇਕੋ ਦੇ ਨਾਲ ਕੀ ਫਾਇਦੇ ਹੋ ਸਕਦੇ ਆ ਤੇ ਉਹ ਕਿਉਂ ਹਰ ਬੰਦੇ ਨੂੰ ਆਉਣ ਵਾਲੇ ਟਾਈਮ ਤੇ ਜੇ ਆਪਣੀ ਕੋਈ ਰਿਪਲੇਸਮੈਂਟ ਕਰਾਉਣੀ ਹੈ ਉਹ 100% ਰੋਬੋਟਿਕ ਹੀ ਕਰਾਉਣੀ ਚਾਹੀਦੀ ਹੈ ਤੇ ਕਨਵੈਨਸ਼ਨਲ ਨਾਲੋਂ ਉਹਦਾ ਅਪਰ ਹੈਂਡ ਕੀ ਹੈ। ਅਸੀਂ ਹੁੰਜਨ ਹਸਪੀਟਲ ਲੁਧਿਆਣੇ ਤੋਂ ਵਿੱਚ ਨੌਰਥ ਇੰਡੀਆ ਦੇ ਅੰਦਰ ਪਹਿਲੀ ਵਾਰ ਇੱਕ ਟਰੂ ਰੋਬੋਟ ਲੈ ਕੇ ਆ ਰਹੇ ਹਾਂ ਜਿਹਦਾ ਕਿ ਮੇਡ ਸਟਰਾਈਕਰ ਕੰਪਨੀ ਵੱਲੋਂ ਹੈ ਤੇ ਇਹਦਾ ਜਿਹੜਾ ਆਫੀਸ਼ੀਅਲ ਨਾਮ ਹੈ ਉਹ ਮੇਕੋ ਹੈ। ਤੇ ਅਸੀਂ ਇਹਦਾ ਜਿਹੜਾ ਨਾਮ ਰੱਖਿਆ ਉਹਦਾ ਨਾਮ ਰੱਖਿਆ ਫਾਈਨਬੋਟ। ਫਾਈਨਬੋਟ ਕਿਉਂ ਰੱਖਿਆ? ਬਿਕੋਜ਼ ਮੇਰੇ ਦਾਦਾ ਜੀ ਦੀ ਪਹਿਲਾਂ ਇੰਡਸਟਰੀ ਸੀ ਫਾਈਨ ਇੰਡਸਟਰੀਜ਼ ਦੇ ਨਾਂ 'ਤੇ ਉਸੀ ਲੈਗੇਸੀ ਨੂੰ ਅੱਗੇ ਆਉਂਦੇ ਹੋਏ ਅਸੀਂ ਇਸ ਰੋਬੋਟ ਦਾ ਨਾਮ ਫਾਈਨਬੋਟ ਰੱਖਿਆ। ਤੇ ਇਹ ਜਿਹੜਾ ਰੋਬੋਟ ਹੈ ਇਹ ਆਪ ਦੀ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦਾ ਇੱਕ ਮਿਕਸਚਰ ਹੈ ਜਿਹਦੇ ਨਾਲ ਕਿ ਅਸੀਂ ਹੁਣ ਤੱਕ ਦੇ ਬੈਸਟ ਰਿਜ਼ਲਟਸ ਜੁਆਇੰਟ ਰਿਪਲੇਸਮੈਂਟ ਦੇ ਵਿੱਚ ਆਪਣੇ ਪੇਸ਼ੈਂਟਸ ਨੂੰ ਦੇ ਸਕਦੇ ਹਾਂ। ਤੇ ਕੀ ਸਮਝਦੇ ਹੋ ਕਿ ਜਿਹੜਾ ਕਸਟਮਰ ਹੈ ਫੇਥ ਕਰੂਗਾ ਇਸ ਚੀਜ਼ ਨੂੰ ਲੱਗ ਜਿਹੜਾ ਤੁਸੀਂ ਜਦੋਂ ਬੋਲ ਰਹੇ ਸੀ ਕਹਿ ਰਹੇ ਸੀਗਾ ਕਿ ਕਸਟਮਰ ਹੀ ਕੁਐਸਚਨ ਕਰਦਾ ਘੱਟ ਨਾ ਵੱਧ ਲੱਗ ਜਾਵੇ ਰੋਬੋਟ ਤਾਂ ਰੋਬੋਟ ਹੀ ਹੈ। ਦੇਖੋ ਇੱਦਾਂ ਹੈ ਕਿ ਪੇਸ਼ੈਂਟ ਜਾਂ ਕਸਟਮਰ ਜਿਹੜਾ ਤੁਹਾਡੇ ਕੋਲ ਆਉਂਦਾ ਉਹ ਡਾਕਟਰ ਦੇ ਫੇਥ 'ਤੇ ਆਉਂਦਾ। ਜਦੋਂ ਡਾਕਟਰ ਦਾ ਇੱਕ ਰੋਬੋਟ ਦੇ ਉੱਪਰ ਪੂਰਾ ਫੇਥ ਹੁੰਦਾ ਹੈ
ਤਾਂ ਪੇਸ਼ੈਂਟ ਦਾ ਕਸਟਮਰ ਦਾ ਆਟੋਮੈਟਿਕਲੀ ਫੇਥ ਬਣ ਜਾਂਦਾ। ਜੇ ਡਾਕਟਰ ਹੀ ਕਨਵਿੰਸਡ ਨਹੀਂ ਹੈ ਤਾਂ ਉਹ ਕਦੀ ਵੀ ਪੇਸ਼ੈਂਟ ਨੂੰ ਉਸ ਚੀਜ਼ ਲਈ ਕਨਵਿੰਸ ਨਹੀਂ ਕਰ ਸਕਦਾ। ਤੇ ਮੀ ਬੀਇੰਗ ਅ ਮੇਕੋ ਸਰਜਨ ਵਿਚ ਆਈ ਕੈਨ ਸੇ ਇਟ ਵੈਰੀ ਪ੍ਰਾਊਡਲੀ ਦੈਟ ਯੈਸ ਆਈ ਐਮ ਅ ਮੇਕੋ ਸਰਜਨ, ਮੇਰਾ ਮੇਕੋ ਤੇ ਇੰਨਾ ਕੁ ਜ਼ਿਆਦਾ ਫੇਥ ਹੈ, ਮੈਂ ਉਸੀ ਫੇਥ ਨੂੰ ਆਪਣੇ ਪੇਸ਼ੈਂਟਸ ਦੇ ਉੱਪਰ 100% ਲੈ ਕੇ ਆ ਸਕਦਾ ਤੇ ਉਹਨਾਂ ਨੂੰ ਵੀ ਕਨਵਿੰਸ ਕਰ ਸਕਦਾ। ਤੇ ਜੇ ਪੇਸ਼ੈਂਟ ਮੇਰੇ ਤੇ ਫੇਥ ਕਰੇ ਤਾਂ ਰੱਬ ਦੀ ਕਿਰਪਾ ਨਾਲ ਉਹਨੂੰ ਕਦੀ ਕੋਈ ਪ੍ਰੋਬਲਮ ਆਊਗੀ। ਪੰਜਾਬ ਦੀ ਗੱਲ ਕਰੀਏ, ਕਿੰਨੇ ਕੁ ਰੋਬੋਟ ਨੇ ਪੰਜਾਬ 'ਚ? ਅਗਰ ਹਜੇ ਤੱਕ ਤੁਸੀਂ ਕਿਹਾ ਤੁਹਾਡਾ ਪਹਿਲਾ ਹੀ ਹੈ ਪੰਜਾਬ ਦੇ ਅੰਦਰ, ਕਿ ਮੈਂ ਨਾਰਥ ਇੰਡੀਆ ਦੀ ਗੱਲ ਕਰ ਰਿਹਾ, ਇਹ ਨਾਰਥ ਇੰਡੀਆ ਦਾ ਪਹਿਲਾ ਰੋਬੋਟ ਹੈ। ਬਹੁਤ ਲੋਕੀ ਹੈ ਜਿਹੜੇ ਕਿ ਹੋਰ ਬਹੁਤ ਚੀਜ਼ਾਂ ਨੇ ਜਿਨ੍ਹਾਂ ਨੂੰ ਰੋਬੋਟ ਕਲੇਮ ਕਰਦੇ ਨੇ, ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਵਾਈ ਅ ਟਰੂ ਰੋਬੋਟ। ਆਪਾਂ ਕਿਸੇ ਮਸ਼ੀਨ ਨੂੰ ਰੋਬੋਟ ਨਹੀਂ ਕਹਿ ਸਕਦੇ। ਨੈਵੀਗੇਸ਼ਨ ਇੱਕ ਇਹੋ ਜਿਹੀ ਮਸ਼ੀਨ ਸੀ ਜਿਹੜੀ ਕਿ ਸਾਡੇ ਕੋਲ ਸੀਗੀ, ਵੀ ਬੌਟ ਇਟ ਇਨ 2008, ਪਰ ਹੁਣ ਵੀ ਬਹੁਤ ਲੋਕੀ ਨੇ ਉਹਦੀ ਹੀ ਅੱਗੇ ਐਡਵਾਂਸਮੈਂਟ ਨੂੰ ਰੋਬੋਟ ਕਹਿ ਰਹੇ ਨੇ, ਪਰ ਉਹ ਇੱਕ ਰੋਬੋਟ ਨਹੀਂ ਹੈ। ਸਹੀ ਮਾਇਨੇ ਦੇ ਅੰਦਰ ਅਗਰ ਆਪਾਂ ਟਰੂ ਰੋਬੋਟਿਕ ਸੈਂਸ ਦੇ ਵਿੱਚ ਜਾਈਏ ਤਾਂ ਇਹ ਨਾਰਥ ਇੰਡੀਆ ਦਾ ਪਹਿਲਾ ਰੋਬੋਟ ਹੈ, ਸਿਰਫ ਪੰਜਾਬ ਦਾ ਨਹੀਂ। ਪੈਸੇ ਦੀ ਗੱਲ ਕਰੀਏ, ਕਿੰਨਾ ਕੁ ਲੱਗ ਜਾਂਦਾ ਬੰਦਾ ਜਦੋਂ ਸੋਚਦਾ ਹੈ ਕਿ ਜੇ ਰੋਬੋਟ ਨਾ ਕਰ ਰਿਹਾ ਪੈਸਾ ਵੱਧ ਲੱਗਦਾ? ਦੇਖੋ, ਇਹ ਹਰ ਬੰਦੇ ਦੇ ਮਨ 'ਚ ਆਉਂਦੀ ਹੈ ਕਿ ਇੰਨੀ ਵੱਡੀ ਚੀਜ਼ ਹੈ, ਐਡੀ ਵੱਡੀ ਟੈਕਨੋਲੋਜੀ ਹੈ, ਇਹਦੇ ਨਾਲ ਸਾਡੇ ਪੈਸੇ ਪਤਾ ਨਹੀਂ ਕਿੰਨੇ ਕੁ ਲੱਗਣਗੇ। ਪਰ ਇਹ ਵੀ ਮੈਂ ਸਾਰਿਆਂ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਜੋ ਰੇਟ ਮਾਰਕੀਟ ਦਾ ਹੈ, ਜੋ ਸਾਡਾ ਪਹਿਲਾਂ ਰੇਟ ਸੀ ਨੀ ਰਿਪਲੇਸਮੈਂਟ ਦਾ, ਹਜੇ ਵੀ ਸਾਡਾ ਉਹੀ ਰੇਟ ਹੈ। ਕੀ ਰੇਟ ਕੀ ਹੈ ਸਰ? ਇਹਦੇ ਵਿੱਚ ਦੇਖੋ, ਜਦੋਂ ਪੇਸ਼ੈਂਟ ਤੁਹਾਡੇ ਕੋਲ ਆਉਂਦਾ ਹੈ, ਪੇਸ਼ੈਂਟ ਦੇ ਡਿਜ਼ਾਈਨ 'ਤੇ ਜਾਂ ਪੇਸ਼ੈਂਟ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਉੱਪਰ ਬਹੁਤ ਡਿਪੈਂਡ ਕਰਦਾ, ਠੀਕ ਹੈ। ਇਹ ਤੁਹਾਡਾ 2.5, 2.5, ਪੌਣੇ 3 ਦੇ ਵਿੱਚ ਡਿਪੈਂਡਿੰਗ ਅਪੋਨ ਦਾ ਪੇਸ਼ੈਂਟ ਕਿੰਨੀ ਕੁ ਉਹਦੀ ਪ੍ਰੋਬਲਮ ਹੈ, ਕਿਸ ਤਰ੍ਹਾਂ ਦਾ ਉਹਦਾ ਇੰਪਲਾਂਟ ਪੈਣਾ, ਉਹਦੇ ਉੱਪਰ ਡਿਪੈਂਡ ਕਰਦਾ। ਪਹਿਲੇ ਵਰਗਾ ਗੋਡਾ ਰਹਿੰਦਾ ਜੀ, ਕਿਉਂਕਿ ਜਦੋਂ ਪੇਸ਼ੈਂਟ ਬਿਮਾਰ ਨਹੀਂ ਹੁੰਦਾ ਗੋਡਾ ਦਾ ਬਹੁਤ ਵਧੀਆ ਹੁੰਦਾ। ਹਾਂਜੀ ਹਾਂਜੀ, ਆਪਰੇਸ਼ਨ ਹੋਣ ਤੋਂ ਬਾਅਦ ਕੀ ਉਹਦੀ ਕੰਡੀਸ਼ਨ ਆ ਜਾਂਦੀ, ਉਦਾਂ ਦਾ ਹੀ ਰਹਿੰਦਾ ਜੀ ਗੋਡਾ? ਬਿਲਕੁਲ। ਜਦੋਂ ਪੇਸ਼ੈਂਟ ਬਿਲਕੁਲ ਠੀਕ ਸੀ, ਜੋ ਉਹਦਾ ਇੱਕ ਨਾਰਮਲ ਨੀ ਸੀ, ਜੋ ਉਹਨੇ ਆਪਣੀ ਜਵਾਨੀ ਦੇ ਅੰਦਰ ਆਪਣੀ ਨੀ ਦੇ ਨਾਲ ਜੋ ਕੰਮ ਕੀਤੇ ਨੇ, ਖਰਾਬ ਹੋਣ ਤੋਂ ਬਾਅਦ ਅਸੀਂ ਰੋਬੋਟ ਦੇ ਨਾਲ ਉਹੀ ਪਰਫੈਕਸ਼ਨ ਅਚੀਵ ਕਰ ਸਕਦੇ ਹਾਂ ਜਿਹੜੀ ਕਿ ਉਹਦੀ ਕਿਸੇ ਟਾਈਮ ਤੇ ਹੁੰਦੀ ਸੀ। ਨਹੀਂ, ਦੇਖੋ ਹਰ ਚੀਜ਼ ਜਿਹੜੀ ਹੈ ਇੰਪਰੂਵਮੈਂਟ ਵਾਸਤੇ ਕੀਤੀ ਜਾਂਦੀ ਹੈ। ਅਸੀਂ ਵੀ ਜਿਹੜਾ ਮੇਕੋ ਰੋਬੋਟ ਲੈ ਕੇ ਆਏ ਹਾਂ, ਇਹ ਇੱਕ ਇੰਪਰੂਵਮੈਂਟ ਹੈਗੀ ਆ, ਦੁਨੀਆ ਦੀ ਸਭ ਤੋਂ ਵਧੀਆ ਟੈਕਨੋਲੋਜੀ ਹੈ ਜਿਹਦੇ ਨਾਲ ਹੁਣ ਅਸੀਂ ਗੋਡੇ ਚੇਂਜ ਕਰਦੇ ਸੀ, ਔਰ ਬਹੁਤ ਹੀ ਵਧੀਆ ਚੀਜ਼। ਡਾਕਟਰ ਸਾਹਿਬ, ਤੁਸੀਂ ਭਾਵੁਕ ਹੋ ਗਏ। ਦੂਸਰੀ ਇੱਕ ਚੀਜ਼ ਮੈਂ ਇਹ ਦੇਖੀ ਕਿ ਬੜੀ ਔਖਾ ਇੱਥੇ ਆਇਆ, ਕਿਵੇਂ ਔਖਾ? ਮਤਲਬ ਥੋੜ੍ਹਾ ਜਿਹਾ ਔਖਾ ਇਸ ਕਰਕੇ ਜੀ ਕਿਉਂਕਿ ਕਾਸਟ ਬਹੁਤ ਜ਼ਿਆਦਾ ਔਰ ਹਰ ਇੱਕ ਬੰਦਾ ਅਫੋਰਡ ਨਹੀਂ ਕਰ ਸਕਦਾ। ਅਸੀਂ ਹੁਣ ਰਲ ਕੇ ਲਿਆਂਦਾ, ਕੁਛ ਸਾਡੀ ਕੰਪਨੀ ਨੇ ਵੀ ਬੜੀ ਮਦਦ ਕੀਤੀ ਹੈ ਅਤੇ ਅਸੀਂ ਆਪ ਵੀ ਬਹੁਤ ਹਿੰਮਤ ਕੀਤੀ ਹੈ ਤਾਂ ਇਹ ਲੈ ਕੇ ਆਏ। ਇਸ ਕਰਕੇ ਮੈਨੂੰ ਔਖਾ ਕਹਿ ਰਿਹਾ, ਅਦਰਵਾਈਜ਼ ਇਹ ਨਹੀਂ ਹੈਗਾ ਵੀ ਭਾਰੀ ਹੈਗਾ ਆਪਾਂ ਕੰਧਿਆਂ 'ਤੇ ਚੱਕ ਕੇ ਲਿਆਉਣਾ ਸੀ। ਔਖਾ ਫਾਈਨੈਂਸ਼ਲੀ, ਮਤਲਬ ਕਾਫੀ ਫਾਈਨੈਂਸਿਸ ਵਿੱਚ ਇਨਵੋਲਵ ਨੇ, ਸੋ ਵੀ ਹੈਵ ਡਨ ਇਟ। ਕੀ ਲੁਧਿਆਣਾ ਵਾਸੀ ਨੂੰ ਕੀ ਕਹਿਣਾ ਚਾਹੋਗੇ? ਲੁਧਿਆਣਾ ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਤੁਹਾਨੂੰ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਲੁਧਿਆਣਾ ਵਾਸਤੇ ਜਾਂ ਪੰਜਾਬ ਵਾਸਤੇ, ਕਿਉਂਕਿ ਇਹ ਟੈਕਨੀਕ ਕਿਤੇ ਵੀ ਹੈ ਨਹੀਂ ਨਾਰਥ ਇੰਡੀਆ ਦੇ ਵਿੱਚ। ਔਰ ਸਾਰੇ ਜਿਹੜੇ ਵੀ ਹੁਣ ਮੇਰੇ ਕੋਲ ਪੇਸ਼ੈਂਟ ਵੀ ਆਉਂਦੇ ਉਹ ਵੀ ਕਹਿੰਦੇ ਸਾਡੇ ਬੜੇ ਸਦਭਾਗ ਨੇ ਕਿ ਇਹ ਇੱਕ ਲੁਧਿਆਣਾ ਦੇ ਮਾਡਲ ਗਰਾਊਂਡ ਦੇ ਵਿੱਚ ਇਹ ਟੈਕਨੀਕ ਆ ਗਈ ਹੈ ਜਿੱਥੋਂ ਕਿ ਅਸੀਂ ਉਹਦਾ ਫਾਇਦਾ ਉਠਾ ਸਕਦੇ। ਸਕਸੈਸ ਰੇਟ ਕੀ ਅਗਰ ਗੱਲ ਕਰੀਏ ਵੈਸੇ? ਸਕਸੈਸ ਇਜ਼ 100%। ਥੈਂਕ ਯੂ। ਓਕੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ fox.punjabi, your city, your news।